ਸਾਰੇ ਦੋਸਤਾਂ ਨੂੰ ਰਜਿੰਦਰ ਸਿੰਘ ਤੱਗੜ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ। ਅੱਜ ਨਿਊਜ਼ ਡੇਟਲਾਈਨ ਪੰਜਾਬ YouTube ਚੈਨਲ ਤੇ ਰਿਐਲਿਟੀ ਬਾਈਟਸ ਨਿਊਜ਼ ਵੀਡੀਓਜ਼ ਲਈ ਲੈ ਕੇ ਹਾਜ਼ਰ ਹਾਂ। ਚਰਚਾ ਸਿੱਪੀ ਮਰਡਰ ਕੇਸ, ਔਰ ਇਸ ਚਰਚਾ ਦੇ ਵਿੱਚ ਸਾਡਾ ਸਹਿਯੋਗ ਦੇਣਗੇ, ਇਨਸਾਈਟ ਦੇਣਗੇ ਐਡਵੋਕੇਟ ਸਰਤੇਜ ਨਰੂਲਾ, ਜਿਹੜੇ ਕਿ ਕਲਿਆਣੀ ਸਿੰਘ ਐਕਿਊਜ਼ ਦੇ ਵੱਲੋਂ ਵਕੀਲ ਨੇ। ਲੋਅਰ ਕੋਰਟ 'ਚ ਵੀ ਤੇ ਹਾਈ ਕੋਰਟ 'ਚ ਵੀ ਉਹਨਾਂ ਦਾ ਸਵਾਗਤ ਕਰਦੇ ਹਾਂ। ਨਰੂਲਾ ਜੀ, ਸਵਾਗਤ ਹੈ ਤੁਹਾਡਾ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਇਸ ਚਰਚਾ ਨੂੰ ਇਸ ਸਵਾਲ ਤੋਂ ਕਿ ਕਲਿਆਣੀ ਸਿੰਘ, ਡਾਟਰ ਆਫ ਜਸਟਿਸ ਸਬੀਨਾ, presently in ਹਿਮਾਚਲ ਹਾਈ ਕੋਰਟ, ਪਹਿਲਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਪੋਸਟਡ ਸੀਗੇ, ਉਹ ਕਤਲ ਦੇ ਮਾਮਲੇ 'ਚ ਕਿਸ ਵਜ੍ਹਾ ਕਰਕੇ ਫਸੇ? ਇੱਕ ਲੜਕੀ ਹੁੰਦੇ ਹੋਏ ਉਹਨਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਆਪਣੇ ਇੱਕ ਜਵਾਨ ਦੋਸਤ ਦਾ, ਜਿਹਦੇ ਨਾਲ ਉਹਨਾਂ ਦਾ ਅਫੇਅਰ ਸੀ, ਉਹਦਾ ਕਤਲ ਕੀਤਾ ਚੰਡੀਗੜ੍ਹ 'ਚ। ਇਹਦਾ ਮੈਨੂੰ ਵਿਸਤਾਰ ਨਾਲ ਦੱਸੋ, ਸ਼ਾਰਟਲੀ, ਬਰੀਫ ਆਨਸਰ 'ਚ, ਕਿ ਉਹ ਇਸ ਕੇਸ ਦੇ ਵਿੱਚ ਕਿਸ ਤਰ੍ਹਾਂ ਮੁਲਵਜ਼ ਹੋ ਗਈ। ਜੀ ਇਹ ਜੀ ਕਿ ਜਦੋਂ ਉਹਦਾ ਮਰਡਰ ਹੋਇਆ ਸਿੱਪੀ ਸਿੱਧੂ ਦਾ, ਇਹ ਹੋਇਆ ਹੈਗਾ 20/9/2015 ਨੂੰ। ਉਸ ਤੋਂ ਕਈ ਸਾਲ ਪਹਿਲਾਂ ਤੋਂ ਦੋਨਾਂ ਦੇ ਪੇਰੈਂਟਸ, ਮਰਨ ਵਾਲੇ ਦਾ ਵੀ ਔਰ ਕਲਿਆਣੀ ਦਾ ਵੀ, ਜਿਹੜੇ ਫਾਦਰ ਸੀਗੇ, ਇਹ ਦੋਨੋਂ ਦੋਸਤ ਸੀਗੇ ਪਹਿਲਾਂ, ਤੇ ਦੇ ਵਰ ਫੈਮਿਲੀ ਫਰੈਂਡਸ। ਔਰ ਇਹ ਚਲਦੇ ਚਲਦੇ ਦੋਨਾਂ ਦਾ ਆਪਸ ਵਿੱਚ ਤਾਲਮੇਲ ਜੁੜ ਗਿਆ, ਫਰੈਂਡਸ਼ਿਪ ਹੋ ਗਈ, ਅਫੇਅਰ ਕਹੋ ਤਾਂ ਅਫੇਅਰ ਹੋ ਗਿਆ। ਉਹਦੇ ਬਾਅਦ ਇਹ ਸਭ ਚੱਲਦੇ ਚੱਲਦੇ ਸਿੱਪੀ ਸਿੱਧੂ ਜਿਹੜਾ ਹੈਗਾ, ਉਹ ਇਹਦੀਆਂ ਫੋਟੋਆਂ ਇਹਨੂੰ ਬਲੈਕਮੇਲ ਕਰਨ ਲਈ, ਕਲਿਆਣੀ ਦੀਆਂ, ਉਹ ਇੱਧਰ ਉੱਧਰ ਕੱਢਣ ਲੱਗ ਕੇ ਦੇਣ ਲੱਗ ਗਿਆ, ਸੋਸ਼ਲ ਮੀਡੀਆ ਤੇ ਪਾਤੀਆਂ। ਇੱਕ ਉਹਨੇ ਇੰਗਲੈਂਡ ਤੋਂ ਆਪਣੀ ਕੋਈ ਗਰਲਫ੍ਰੈਂਡ ਸੀਗੀ, ਉਸ ਤੋਂ ਇੱਕ ਅਕਾਊਂਟ ਬਣਵਾਇਆ ਫੇਸਬੁੱਕ ਦਾ ਜਾਲੀ, ਉਸ ਤੇ ਲੀਕ ਕੀਤੀਆਂ। ਇਹ ਸਭ ਚਲਦੇ ਚਲਦੇ ਇਹਨਾਂ ਦਾ ਝਗੜਾ ਹੋਣ ਲੱਗ ਗਿਆ, ਔਰ ਸਿੱਪੀ ਸਿੱਧੂ ਇਹ ਕਹਿਣ ਲੱਗ ਗਿਆ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ, ਤੇ ਇਹ ਕਹਿੰਦੀ ਮੈਂ ਵਿਆਹ ਨਹੀਂ ਕਰਾਉਣਾ, ਫਰੈਂਡਸ਼ਿਪ ਠੀਕ ਹੈ ਤੇਰੀ ਮੇਰੀ, ਬਸ ਜਿੰਨੀ ਰਹੇਗੀ, ਜੋ ਤੂੰ ਕਰ ਚੁੱਕਿਆ ਉਸ ਤੋਂ ਹਟ ਜਾ। ਤੇ ਬਾਕੀ ਜਿਹੜਾ ਸਿੱਪੀ ਸਿੱਧੂ ਹੈਗਾ, ਉਹਦਾ CBI ਨੇ ਰਿਪੋਰਟ ਫਾਈਲ ਕੀਤੀ, ਉਹਦੇ ਵਿੱਚ ਉਹਨੇ 6 ਉਹਦੀਆਂ ਗਰਲਫ੍ਰੈਂਡ ਦਾ ਹੋਰ ਜ਼ਿਕਰ ਕੀਤਾ, ਜਿਨ੍ਹਾਂ ਨੂੰ ਇੱਕੋ ਹੀ ਟਾਈਮ ਤੇ ਉਹ ਘੁਮਾ ਰਿਹਾ ਸੀ ਆਪਣੇ ਨਾਲ। ਔਰ ਇਹ ਵੀ ਜ਼ਿਕਰ ਆ ਗਿਆ ਕਿ ਪ੍ਰੋਪਰਟੀ ਡੀਲਸ ਵਿੱਚ ਬਹੁਤ ਜ਼ਿਆਦਾ ਉਹ ਆਪਣੇ ਆਪ ਨੂੰ ਇਨਵੋਲਵ ਕਰ ਰਿਹਾ ਸੀਗਾ। ਔਰ ਉਹਦੀ ਫਾਦਰ ਤੋਂ ਡੈਥ ਤੋਂ ਬਾਅਦ, ਜਿਹੜੀ ਕਿ ਦਸੰਬਰ 2008 ਚ ਹੋਈ ਹੈ, ਉਸ ਤੋਂ ਬਾਅਦ ਉਹਨੇ ਸਡਨਲੀ ਬਹੁਤ ਸਾਰੇ ਪੈਸੇ ਕਮਾ ਲਏ ਵੀਲਿੰਗ ਡੀਲਿੰਗ ਵਿੱਚ। ਇਹ ਸਭ ਚੱਲਦੇ ਹੋ ਜਦੋਂ ਕਤਲ ਹੋਇਆ, ਤੇ ਉਹਦੇ ਬਾਅਦ ਇਹਨਾਂ ਨੂੰ ਕੋਈ ਮਿਲਿਆ ਨਹੀਂ, ਔਰ ਫਾਈਨਲੀ ਇਹਨਾਂ ਨੇ ਇਲਜ਼ਾਮ ਲਾਉਣਾ ਸ਼ੁਰੂ ਕਰਤਾ ਕਿ ਕਲਿਆਣੀ ਨੇ ਉਹਨੂੰ ਮਾਰਿਆ, ਕਿਉਂਕਿ ਉੱਥੇ ਮੌਕੇ ਤੇ ਜੋ ਦੇਖਿਆ, ਉੱਥੇ ਇੱਕ ਲੜਕੀ ਮੌਕੇ ਤੋਂ ਭੱਜੀ ਸੀਗੀ ਕਾਰ 'ਚ ਬਹਿ ਕੇ। ਸੋ ਦੇ ਸਟਾਰਟਡ ਬਿਲੀਵਿੰਗ ਕਿ ਸ਼ਾਇਦ ਕਲਿਆਣੀ ਨੇ ਮਰਵਾਇਆ ਹੋਵੇਗਾ, ਔਰ ਉਹਦੀ ਸਟੋਰੀ ਇਹ ਬਣਾਤੀ ਉਹਨਾਂ ਨੇ, ਕਿਉਂਕਿ ਕਾਸਟ ਡਿਫਰੈਂਸ ਸੀਗਾ ਤੇ ਸਿੱਪੀ ਸਿੱਧੂ ਵਿਆਹ ਨਹੀਂ ਕਰਨਾ ਚਾਹੁੰਦਾ ਸੀਗਾ ਕਲਿਆਣੀ ਨਾਲ। ਇਹ ਕਹਾਣੀ ਬਣਾ ਕੇ ਮਨ ਘੜਨ ਤੇ ਇਹਨਾਂ ਨੇ ਇਲਜ਼ਾਮ ਲਾਉਣਾ ਸ਼ੁਰੂ ਕਰਤਾ ਕਲਿਆਣੀ। ਪਰ ਸਰਤੇਜ ਜੀ, ਜਿਹੜੀ ਡਿਟੇਲ ਮੈਂ ਪੜ੍ਹੀ ਹੈ, CBI ਨੇ ਜਿਹੜਾ ਡਿਸਕਸ ਕੀਤਾ ਗਿਆ, ਉਹਨਾਂ ਦਾ ਐਵੀਡੈਂਸ ਹਾਈ ਕੋਰਟ ਦੇ ਵਿੱਚ, ਜਾਂ ਉਹਨਾਂ ਨੇ ਜਿਹੜੀ ਪ੍ਰੋਟੈਸਟ ਪਟੀਸ਼ਨ ਪਾਈ ਆ ਸਿੱਪੀ ਸਿੱਧੂ ਦੇ ਭਰਾ ਨੇ, ਹਾਂਜੀ, ਉਹ ਵੀ ਮੈਂ ਡਿਟੇਲ 'ਚ ਪੜ੍ਹੀ ਆ। ਠੀਕ ਹੈ। ਬੜੇ ਸਵਾਲ ਉੱਠਦੇ ਨੇ ਕਿ ਜਿਹੜੀ CBI ਦੀ ਇਨਵੈਸਟੀਗੇਸ਼ਨ ਆ, ਉਹ ਪੂਰੀ ਤਰ੍ਹਾਂ ਠੀਕ ਨਹੀਂ। ਉਹ ਖੁਦ ਕਹਿ ਰਹੇ ਆ ਕਿ ਕਲਿਆਣੀ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਰੋਮ ਡੇ 1। ਪਹਿਲਾਂ ਚੰਡੀਗੜ੍ਹ ਪੁਲਿਸ ਨੇ ਸ਼ੁਰੂ ਕੀਤਾ ਇਨਵੈਸਟੀਗੇਟ ਕਰਨਾ, ਤੇ ਇੱਕ ਇੰਸਪੈਕਟਰ ਪੂਨਮ ਦਿਲਾਵਰੀ, ਉਹਨੇ ਐਵੀਡੈਂਸ ਡਿਸਟਰੋਏ ਕੀਤਾ। CBI ਨੇ ਰਿਕਮੈਂਡ ਕੀਤਾ ਕਿ ਇਹਦੇ ਵਿਰੁੱਧ ਕਾਰਵਾਈ ਕੀਤੀ ਜਾਏ। ਇੱਕ ASP, ਇੱਕ ਸਬ ਇੰਸਪੈਕਟਰ, ਜਿਨ੍ਹਾਂ ਨੂੰ ਅਕਿਊਜ਼ ਕੀਤਾ ਗਿਆ CBI ਵੱਲੋਂ ਕਿ ਉਹਨਾਂ ਨੇ ਕਲਿਆਣੀ ਨੂੰ ਬਚਾਉਣ ਵਾਸਤੇ ਐਵੀਡੈਂਸ ਡਿਸਟਰੋਏ ਕੀਤਾ, ਉਹਦੇ ਬਾਰੇ ਤੁਸੀਂ ਕੀ ਆਖਣਾ ਚਾਹੋਗੇ? ਜੀ ਦੇਖੋ, ਏਦਾਂ ਹੈ ਜੀ ਕਿ ਜਿਹੜਾ ਇਹ ਇਲਜ਼ਾਮ ਲਾਏ ਜਾ ਰਹੇ, ਇਹਦਾ ਕੋਈ ਤੱਥ ਨਹੀਂ ਹੈ, ਕੋਈ ਐਵੀਡੈਂਸ ਨਹੀਂ ਹੈ। ਉਹਦਾ ਕਾਰਨ ਹੈ ਕਿ ਜਦੋਂ ਮਰਡਰ ਹੋਇਆ, ਪਹਿਲੇ ਦਿਨ ਡੈਡ ਬੋਡੀ ਮਿਲੀ ਹੈ ਕਿਸੇ ਗੁਆਂਢੀ ਨੇ, ਜਿਹੜਾ ਉੱਥੇ ਪਾਰਕ ਵਿੱਚ ਬੋਡੀ ਮਿਲੀ 27 ਵਿੱਚ, ਉਹਦੇ ਨਾਲ ਦੇ ਘਰ ਸੀ। ਉਹਨਾਂ ਨੇ 100 ਨੰਬਰ ਤੇ ਡਾਇਲ ਕਰਕੇ ਪੁਲਿਸ ਨੂੰ ਬੁਲਾਇਆ।
ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਹਨਾਂ ਨੇ ਡੈਡ ਬੋਡੀ ਉਹਨਾਂ ਨੂੰ ਮਿਲੀ, ਉਹਦੇ ਬੇਸ ਤੇ ਉਹਨਾਂ ਨੇ FIR ਦਰਜ ਕੀਤੀ ਔਰ ਉਹਦੇ ਬਾਅਦ ਉਹਦੀ ਇਨਕੁਐਸਟ ਹੁੰਦੀ ਹੈ ਬੋਡੀ ਦੀ 174 CRPC ਵਿੱਚ ਇਨਕੁਐਸਟ ਪ੍ਰੋਸੀਡਿੰਗਸ ਹੁੰਦੀ ਹੈ, ਜਿਸ ਦੇਖਿਆ ਜਾਂਦਾ ਕਿ ਕਿੱਦਾਂ ਮਰਡਰ ਹੋਇਆ ਹੈ, ਕਿੱਦਾਂ ਬੰਦਾ ਮਰਿਆ। ਉਹਦੇ ਵਿੱਚ 2 ਬੰਦਿਆਂ ਦੇ ਜਿਹੜੇ ਰਿਸ਼ਤੇਦਾਰ ਹੋਣ ਜਾਂ ਕੋਈ ਵਾਕਫ ਹੋਣ ਡਿਸੀਜ਼ ਦੇ, ਉਹਨਾਂ ਦੇ ਬਿਆਨ ਵੀ ਲਿੱਤੇ ਜਾਂਦੇ ਆ। ਸੋ ਨੈਕਸਟ ਡੇ ਜਦੋਂ ਇਹਨਾਂ ਨੇ ਇਨਕੁਐਸਟ ਕੀਤੀ ਹੈ, ਰਾਤ ਨੂੰ ਮਰਡਰ ਹੁੰਦਾ, ਬੋਡੀ ਮਿਲਦੀ ਹੈ, ਤੇ ਚਲਦੇ ਚਲਦੇ ਮਿਡਨਾਈਟ ਆ ਗਈ ਔਰ ਨੈਕਸਟ ਡੇ ਸ਼ੁਰੂ ਹੋ ਗਿਆ। ਉਸ ਦਿਨ ਇਹਨਾਂ ਨੇ ਇਨਕੁਐਸਟ ਕੀਤੀ, ਉਹਦੇ ਵਿੱਚ ਸਿੱਪੀ ਸਿੱਧੂ ਦੇ ਭਰਾ ਜਿਹੜਾ ਜਿੱਪੀ ਹੈ ਉਹਦਾ ਬਿਆਨ ਲਿੱਤਾ ਗਿਆ ਔਰ ਉਹਦੇ ਇੱਕ ਹੋਰ ਰਿਸ਼ਤੇਦਾਰ ਦਾ, ਮਾਮੇ ਦਾ ਬਿਆਨ ਦਿੱਤਾ ਗਿਆ। ਉਹ ਦੋਨਾਂ ਨੇ ਬਿਆਨ 'ਚ ਇਹ ਕਿਹਾ ਕਿ ਸਾਨੂੰ ਨਹੀਂ ਪਤਾ ਕੌਣ ਮਾਰ ਗਿਆ। ਸੋ ਇਹ ਸਭ ਗੱਲਾਂ ਜਿਹੜੀਆਂ ਹੈਗੀਆਂ ਉਹ ਬੇਬੁਨਿਆਦ ਹੈ ਕਿ ਅਸੀਂ ਤਾਂ ਜੀ ਕਲਿਆਣੀ ਦਾ ਪਹਿਲੇ ਦਿਨ ਤੋਂ ਨਾਮ ਲੈ ਰਹੇ ਹਾਂ, ਕਲਿਆਣੀ ਦਾ FIR 'ਚ ਨਾਮ ਕਿਉਂ ਨਹੀਂ ਹੈ? ਕਿਉਂਕਿ ਕੋਈ ਪਤਾ ਹੀ ਨਹੀਂ ਸੀ ਕੌਣ ਮਾਰ ਗਿਆ ਉਸ ਦਿਨ। ਔਰ 4-12 ਬੋਰ ਦੇ ਸ਼ਾਟਸ ਹੈਗੇ ਹੈ ਜਿਹੜੇ ਕਿ ਕੰਟਰੀ ਮੇਡ ਪਿਸਟਲ ਨਾਲ ਮਾਰੇ ਲੱਗਦੇ ਹੈ। ਸੋ देयरफॉर ਇਹ ਕਹਿਣਾ ਕਿ ਉਸ ਟਾਈਮ ਐਵੀਡੈਂਸ ਖਰਾਬ ਕਰਤੀ, ਐਵੀਡੈਂਸ ਕੋਈ ਸੀਗੀ ਹੀ ਨਹੀਂ। ਦੀ ਓਨਲੀ ਐਵੀਡੈਂਸ ਵਿਚ ਇਜ਼ ਡਾਕੂਮੈਂਟਡ ਇਜ਼ CCTV ਫੁਟੇਜ ਹੈ ਜਿਹੜੀ ਕਿ ਕਿਸੇ ਲੜਕੀ ਦੀ ਨਹੀਂ ਹੈ। ਉਹ ਫੁਟੇਜ ਕੋਈ ਬੰਦਾ ਨਾਲ ਦੇ ਪਾਰਕ ਚੋਂ ਨਿਕਲ ਕੇ ਆਪਣੀ ਗੱਡੀ 'ਚ ਬਹਿ ਕੇ ਗਿਆ, ਉਹਦੀ ਜਿਹੜੀ ਫੁਟੇਜ ਹੈ ਉਹ 22 ਸਕਿੰਟ ਦੀ ਲਿੱਤੀ ਚੰਡੀਗੜ੍ਹ ਪੁਲਿਸ ਨੇ, ਜ਼ਿਆਦਾ ਲੰਬੀ ਨਹੀਂ ਲਿੱਤੀ। ਸੋ CBI ਇਹ ਕਹਿਣਾ ਚਾਹ ਰਹੀ ਹੈ ਕਿ ਕਿਉਂਕਿ ਲਿੱਤੀ ਨਹੀਂ ਚੰਡੀਗੜ੍ਹ ਪੁਲਿਸ ਨੇ ਪੂਰੀ ਫੁਟੇਜ, ਜ਼ਿਆਦਾ ਲੰਬੀ ਨਹੀਂ ਲਿੱਤੀ, इसलिए उन्होंने एविडेंस डिस्ट्रॉय कर दी। इट इज नॉट अ केस ऑफ डिस्ट्रॉइंग एविडेंस, इट इज अ केस ऑफ कलेक्टिंग लेस एविडेंस मे बी। पर ये ਜਿਹੜਾ ਇਲਜ਼ਾਮ ਲਾਇਆ ਗਿਆ CBI ਦਾ, ਇਸ ਲਈ ਲਾਇਆ ਗਿਆ ਕਿਉਂਕਿ CBI ਤੋਂ ਕੇਸ ਕ੍ਰੈਕ ਨਹੀਂ ਹੋਇਆ। ਉਹਨਾਂ ਕੋਲ CBI ਨੂੰ April 2016 ਵਿੱਚ ਕੇਸ ਮਾਰਕ ਹੋ ਗਿਆ ਔਰ ਇਹ ਇਨਵੈਸਟੀਗੇਸ਼ਨ ਕਰਦੇ ਰਹੇ ਦਸੰਬਰ 2020 ਤੱਕ। ਦਸੰਬਰ 2020 ਵਿੱਚ CBI ਨੇ ਅਨਟ੍ਰੇਸ ਰਿਪੋਰਟ ਫਾਈਲ ਕਰਤੀ ਹੈ ਕਹਿੰਦੇ ਹੋਏ ਕਿ ਸਾਨੂੰ ਕਲਿਆਣੀ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਲੱਭਿਆ ਹਾਲੇ ਤੱਕ। ਔਰ ਇਹ ਸਭ ਕਹਿੰਦੇ ਹੋਏ ਉਹਨਾਂ ਨਾਲ ਇਹ ਕਹਿਤਾ ਜੀ ਸਾਨੂੰ ਇਸ ਨਹੀਂ ਲੱਭਿਆ ਕਿਉਂਕਿ ਚੰਡੀਗੜ੍ਹ ਪੁਲਿਸ ਨੇ ਕੇਸ ਖਰਾਬ ਕਰਤਾ। तो चंडीगढ़ पुलिस ने की केस खराब करता, जेडे गवाह सीगे ऑलरेडी वही गवाह भुगते हैं, वही CBI कोल है, वही सब कोल है। सो ये सब फालतू दी गल्लां हुण क्योंकि CBI तो सॉल्व नहीं होया, नवी गल करती। पर सरतेज जी मैं भी थोड़े कागज फरोले आ जो तुसी मैनू भेजे या जिहड़ी कंप्लेनेंट पार्टी है उन्हें कुछ कागज मैनू दिते वो भी मैं पढ़े आ। हाँ जी, जिहड़ी अनट्रेस्ड रिपोर्ट फाइल की गई, हाँ जी, कमिटल कोर्ट दे विच ਉਹ ਅੱਜ ਤੱਕ ਕੋਰਟ ਨੇ ਐਕਸੈਪਟ ਨਹੀਂ ਕੀਤੀ। ਉਹਦੇ ਵਿੱਚ ਕਲਿਆਣੀ ਨੂੰ ਐਬਜ਼ੋਲਵ ਨਹੀਂ ਕੀਤਾ ਗਿਆ। ਉਹ ਇਨਕੰਪਲੀਟ ਪ੍ਰੋਸੈਸ ਹੈਗਾ। ਔਰ ਤੁਸੀਂ ਕਹਿ ਰਹੇ ਹੋ ਕਿ ਅਨਟ੍ਰੇਸ ਹੋ ਗਿਆ। ਅੱਛਾ, ਅਨਟ੍ਰੇਸ ਤੇ ਜਿਹੜੀ ਪ੍ਰੋਟੈਸਟ ਪਟੀਸ਼ਨ ਹੈ ਤੁਸੀਂ ਡਿਟੇਲ ਚ ਪੜੋ, 30 ਪੇਜ ਦੀ ਹੈ ਉਹ, ਮੈਂ ਪੜ੍ਹੀ ਹੈ। ਉਹ ਚ ਬੜਾ ਡਿਟੇਲ ਚ ਦੱਸਿਆ ਗਿਆ ਕਿ ਕਿੰਨੇ ਗਵਾਹ ਵਿਟਨੈਸਿਸ ਜਿਨ੍ਹਾਂ ਨੇ ਕਲਿਆਣੀ ਨੂੰ ਅਕਿਊਜ਼ ਕੀਤਾ, ਕਲਿਆਣੀ ਦੇ ਕਰੈਕਟਰ ਤੇ ਸ਼ੱਕ ਪੈਦਾ ਕੀਤਾ, ਜਿਹੜੀਆਂ ਉਹਦੇ ਕਾਲਸ ਆ ਬਿਟਵੀਨ ਵੇਰੀਅਸ ਪੀਪਲ, ਕਲਿਆਣੀ ਦੀਆਂ ਜਾਂ ਸਿੱਪੀ ਨਾਲ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਦਾ ਜ਼ਿਕਰ ਆ। ਸੋ ਬੜੀ ਤੁਸੀਂ I think let's try to give a balanced view ਜੀ। ਮੈਂ ਤੁਹਾਨੂੰ ਹੁਣ ਬੈਲੈਂਸ ਵਿਊ ਦੇਣਾ ਜੀ। whatever has been mentioned in the protest petition also there has to be some basis ਜਿਹੜੇ ਤੇ ਉਹ ਜ਼ਿਕਰ ਕਰ ਰਹੇ ਹੈ। ਜਦੋਂ ਇਹ ਸਾਰਾ ਅਨਟ੍ਰੇਸ ਰਿਪੋਰਟ ਫਾਈਲ ਕੀਤੀ CBI ਨੇ, ਉਸ ਟਾਈਮ ਕੋਰਟ ਵਿੱਚ ਜਿਹੜੇ ਉਸ ਟਾਈਮ IO ਸੀਗੇ SP ਮਿਸਟਰ ਪੁਰੀ, ਉਹਨਾਂ ਨੇ ਬਿਆਨ ਦਿੱਤਾ ਕੋਰਟ ਵਿੱਚ ਕਿ ਕਲਿਆਣੀ ਦੇ ਮੁਤਲਕ ਅਸੀਂ ਇਨਵੈਸਟੀਗੇਸ਼ਨ ਕੰਪਲੀਟ ਕਰ ਚੁੱਕੇ ਹਾਂ ਔਰ ਸਾਡੇ ਕੋਲ ਕੋਈ ਐਸੇ ਪੁਖਤਾ ਸਬੂਤ ਨਹੀਂ ਹੈ ਜਿਹਦੇ ਨਾਲ ਅਸੀਂ ਕਲਿਆਣੀ ਨੂੰ ਅਕਿਊਜ਼ ਕਰ ਸਕੀਏ ਔਰ ਉਸ ਤੇ ਕੇਸ ਚਲਾ ਸਕੀਏ। ਜੇ ਸਾਡੇ ਕੋਲ ਕਦੀ ਫਿਊਚਰ 'ਚ ਕੋਈ ਐਵੀਡੈਂਸ ਆਏਗੀ ਤਾਂ ਅਸੀਂ ਕੇਸ ਨੂੰ ਦੁਬਾਰਾ ਚਲਾ ਸਕੀਏ, ਸਾਨੂੰ ਪਰਮਿਸ਼ਨ ਦਿੱਤੀ ਜਾਏਗੀ। ਇਹ ਉਹਨਾਂ ਨੇ ਕਿਹਾ ਉਸ ਟਾਈਮ। ਔਰ ਜਿੱਥੇ ਗਵਾਹਾਂ ਦਾ ਸਵਾਲ ਹੈ ਜਿਹੜੇ ਤੁਸੀਂ ਮੈਂਸ਼ਨ ਕਰਨਾ ਚਾਹ ਰਹੇ ਹੋ, ਉਹਨਾਂ ਚੋਂ ਕਿਸੇ ਵੀ ਗਵਾਹ ਨੇ, ਇੱਕ ਵੀ ਗਵਾਹ ਨੇ ਕਲਿਆਣੀ ਦਾ ਨਾਮ ਲਿੱਤਾ, ਨਾ ਉਹਦੇ ਕੋਈ ਨੈਣ ਨਕਸ਼ ਦੱਸੇ, ਨਾ ਕੁਝ ਹੋਰ ਦੱਸਿਆ। ਔਰ CBI ਦੀ ਸਾਰੀ ਕਹਾਣੀ ਇਸ ਗੱਲ ਤੇ ਖੜੀ ਹੈ ਕਿ ਕਲਿਆਣੀ ਦੱਸੇ ਕਿ ਕਲਿਆਣੀ ਕਿੱਥੇ ਸੀ ਉਸ ਰਾਤ ਨੂੰ। ਜੇ ਇਹ ਦਿਸ ਇਜ਼ ਦੀ ਐਨੋਲੋਜੀ ਟੂ ਨੇਲ ਸਮਬਡੀ, ਫਿਰ ਤਾਂ ਤੁਸੀਂ ਮੈਂ ਵੀ ਸਾਫ਼ ਨਹੀਂ, ਅਸੀਂ ਵੀ ਕਿੱਥੇ ਸੀ ਉਸ ਦਿਨ ਸਾਨੂੰ ਵੀ ਨਹੀਂ ਪਤਾ ਹੈ ਤਾਂ ਅੱਜ। ਜਦਕਿ ਕਲਿਆਣੀ ਨੇ ਫਿਰ ਵੀ ਪ੍ਰੂਵ ਕੀਤਾ ਕਿ ਉਹ ਆਪਣੀ ਨਾਨੀ ਦੀ ਭੈਣ ਦੇ ਬਰਥਡੇ ਤੇ ਸੈਕਟਰ 10 ਵਿੱਚ ਮੌਜੂਦ ਸੀਗੀ। ਉਹਦੀਆਂ ਫੋਟੋਜ਼ ਹੈਗੀਆਂ, ਉੱਥੇ ਉਹਦੀ ਲੋਕੇਸ਼ਨ ਹੈ ਫੋਨ ਦੀ, ਮੈਸੇजेस ਹੈਗੇ ਉਹਦੇ ਉੱਥੇ ਦੇ, ਜਿਹੜੇ ਕਿ CBI ਨੇ ਆਪਣੀ ਰਿਪੋਰਟ ਦਿੱਤੇ ਹੋਏ ਆ। ਔਰ ਜਿੱਥੇ ਗਵਾਹ ਹੈਗੇ ਤੁਹਾਨੂੰ ਮੈਂ ਗਵਾਹ ਦੱਸ ਦਿੰਦਾ ਕਿਹੜੇ ਕਿਹੜੇ ਆ, ਜਿਹੜਾ ਤੇ ਅਨਟ੍ਰੇਸ ਰਿਪੋਰਟ ਵਿੱਚ ਵੀ ਗੱਲ ਕੀਤੀ, ਜਿਹੜੇ ਕਹਿੰਦੇ ਗਵਾਹ ਹੈਗੇ ਆ। ਇੱਕ ਗਵਾਹ ਹੈ ਜੀ ਰਾਜਨਵੀਰ ਸਿੰਘ, ਜਿਹੜੇ ਬਲਵੰਤ ਸਿੰਘ ਫਾਈਨਾਂਸ ਮਿਨਿਸਟਰ ਹੁੰਦੇ ਸੀ, ਉਹਨਾਂ ਦਾ ਬੇਟਾ ਹੈ। ਉਹਦਾ ਘਰ ਬਿਲਕੁਲ ਨਾਲ ਹੈਗਾ ਪਾਰਕ ਤੇ, ਦੀਵਾਰ ਸਾਂਝੀ ਹੈ। ਉਹਦਾ ਬਿਆਨ ਹੈ ਜੀ, ਮੈਂ ਗਨ ਸ਼ਾਟ ਸੁਣਿਆ, ਮੈਂ ਔਰ ਮੇਰਾ ਨੌਕਰ ਪਿਛਲੇ ਵਿਹੜੇ 'ਚ ਆਏ, ਅਸੀਂ ਦੀਵਾਰ ਤੋਂ ਦੇਖਿਆ ਇੱਕ ਬੰਦਾ ਪਰੇ ਨੂੰ ਜਾ ਰਿਹਾ ਸੀਗਾ।
ਜਦੋਂ ਅਸੀਂ ਦੇਖਿਆ ਤਾਂ ਉਹ ਬੰਦੇ ਨੂੰ ਲੱਗਿਆ ਅਸੀਂ ਦੇਖ ਰਹੇ, ਉਹਨੇ ਮੁੜ ਕੇ ਦੇਖਿਆ, ਅਸੀਂ ਡਰ ਕੇ ਥੱਲੇ ਬਹਿ ਗਏ, ਉਹ ਬੰਦਾ ਚਲਾ ਗਿਆ। ਸੋ ਉਹ ਇਹ ਕਹਿੰਦੇ ਨਹੀਂ ਕਿ ਕੁੜੀ ਸੀਗੀ ਉੱਥੇ ਕੋਈ ਪਾਰਕ ਵਿੱਚ। ਉਹਦੇ ਬਾਅਦ ਉਹਦੀ ਵਾਈਫ ਹੈ ਜੀ ਅਮ੍ਰਿਤਾ, ਉਹਦਾ ਬਿਆਨ ਹੈ, ਉਹ ਕਹਿੰਦੀ ਮੈਂ ਆਵਾਜ਼ ਸੁਣੀ, ਮੈਂ ਫਰਸਟ ਫਲੋਰ ਤੋਂ ਦੇਖਿਆ ਤੇ ਪਰੋਂ ਦੀ ਕੋਈ ਸੜਕ ਤੇ ਚਲਦੀ ਕੁੜੀ ਆਈ, ਕਾਰ ਸਾਡੇ ਘਰ ਦੇ ਬਾਹਰ ਖੜੀ ਸੀ, ਉਹਦੇ 'ਚ ਬੈਠੀ ਉਹ ਚਲੀ ਗਈ। ਹੁਣ ਉਹ ਫਰਸਟ ਫਲੋਰ ਤੋਂ ਰਾਤ ਦੇ 9:50 ਤੇ ਦੇਖ ਰਹੀ ਹੈ ਥੱਲੇ। ਉਹਨੇ ਨਾ ਨੈਨਕਸ਼ ਦੱਸੇ, ਨਾ ਕੁੜੀ ਬਾਰੇ ਦੱਸਿਆ ਕੁਝ, ਸਿਰਫ ਹਾਈਟ ਦੱਸੀ ਜੀ ਇੰਨੀ ਕੁ ਹਾਈਟ ਦੀ ਮੈਨੂੰ ਕੁੜੀ ਲੱਗਦੀ ਹੈ। ਫਰਸਟ ਫਲੋਰ ਤੋਂ ਦੇਖ ਕੇ ਜੇ ਆਪਾਂ ਬਾਉਂਡਰੀ ਤੋਂ ਬਾਹਰ ਦੇਖੀਏ 2 ਕਨਾਲ ਦੇ ਘਰ 'ਚ 1000 ਗਜ਼ ਦੇ ਘਰ ਤੋਂ, ਤਾਂ ਆਈ ਐਮ ਸ਼ੋਰ ਯੂ ਕੈਨਟ ਸੇ ਹਾਈਟ 5'2" ਹੈ ਕਿ 5'4" ਹੈ ਜਾਂ 5 ਫੁੱਟ ਹੈ। ਸੋ ਕੰਪਲੈਕਸ਼ਨ ਕਿਵੇਂ ਦਾ ਰਾਜ ਇਹ ਵੀ ਨਹੀਂ ਦਿਖ ਸਕਦਾ, ਫੀਚਰਸ ਕਦੀ ਸਾਹਮਣੇ ਆਏ ਹੀ ਨਹੀਂ। ਸੋ ਥੀਸ ਆਰ ਦੀ ਓਨਲੀ ਵਿਟਨੈਸਸ ਦੇ ਹੈਵ ਜਿਹੜੇ ਕਲਿਆਣੀ ਬਾਰੇ ਕੋਈ ਗੱਲ ਕਰ ਸਕਦੇ। ਇੱਕੋ ਹੀ ਗਵਾਹ ਉਹਨਾਂ ਕੋਲ ਅਮ੍ਰਿਤਾ, ਹੋਰ ਕੋਈ ਗਵਾਹ ਹੀ ਹੈ ਨਹੀਂ। ਇਹ ਕਹਿਣਾ ਕਿ ਜੀ ਉਹਨੇ ਆਇਡੈਂਟੀਫਾਈ ਕੀਤਾ, ਇਹ ਵੀ ਕੋਈ ਫालतू ਦੀ ਗੱਲ ਹੈ। ਬਿਕੋਜ਼ 5 ਸਾਲ ਬਾਅਦ ਕੀ ਹੋਇਆ, ਆਫਟਰ ਐਗਜ਼ੈਕਟਲੀ 5 ਇਅਰਸ ਆਫ ਦੀ ਅਕਰੈਂਸ, ਅਮ੍ਰਿਤਾ ਸਿੰਘ ਤੋਂ ਇੱਕ ਸਕੈਚ ਬਣਵਾਇਆ ਗਿਆ, ਬੰਦਾ ਬੁਲਾ ਕੇ ਸਕੈਚ ਬਣਾਇਆ, ਉਹ ਵੀ ਜਿਹੜੀ ਕਲਿਆਣੀ ਦੀ ਫੇਸਬੁੱਕ ਦੀ ਡੀਪੀ ਹੈ ਉਸ ਤੋਂ ਬਣਵਾਇਆ ਹੋਇਆ। 5 ਸਾਲ ਬਾਅਦ ਕੋਈ ਬੰਦਾ ਇੱਕ ਵਾਰੀ ਕਿਸੇ ਨੂੰ ਦੇਖ ਕੇ ਉਹਦਾ ਸਕੈਚ ਬਣਵਾ ਦੇ ਤਾਂ ਮੈਂ ਵਕਾਲਤ ਛੱਡ ਦਾਂਗਾ। ਸਰਤੇਜ ਜੀ, ਕਲਿਆਣੀ ਦਾ ਜਿਹੜਾ ਪੋਲੀਗ੍ਰਾਫ ਟੈਸਟ ਹੋਇਆ ਉਹ ਡਿਸੈਪਟਿਵ ਨਿਕਲਿਆ, ਉਹਨੇ ਨਾਰਕੋ ਟੈਸਟ ਕਰਾਉਣ ਤੋਂ ਰਿਫਿਊਜ਼ ਕਰਤਾ। ਵਾਈ? ਬਿਲਕੁਲ ਜੀ, ਦੇਖੋ ਇਹਦਾ ਜਿਹੜਾ ਨਾਰਕੋ ਟੈਸਟ ਹੈ ਉਹ ਦੈਟ ਇਜ਼ ਅ ਇੰਟਰਵੈਂਸ਼ਨ ਟੈਸਟ। ਤੁਹਾਡੀ ਬੋਡੀ ਵਿੱਚ ਡਰੱਗਸ ਪਾਈਆਂ ਜਾਂਦੀਆਂ, ਇੰਕ ਪਾਈ ਜਾਂਦੀ ਹੈ। ਉਹ ਸੁਪਰੀਮ ਕੋਰਟ ਨੇ ਹੀ ਮਨਾ ਕਰਤਾ that you can't force anybody to have drugs in his body। ਇੰਟਰਵੈਂਸ਼ਨ ਮਨਾ ਕਰਤੀ। ਜਦ ਤੱਕ ਸਵਾਲ ਹੈ ਪੋਲੀਗ੍ਰਾਫ ਦਾ, ਜਦੋਂ ਪੋਲੀਗ੍ਰਾਫ ਹੋਇਆ, ਪੋਲੀਗ੍ਰਾਫ ਡਿਸੈਪਟਿਵ ਸਿਰਫ ਇੱਕ ਗੱਲ ਤੇ ਕਹਿੰਦੇ ਆ ਕਿ ਜਦੋਂ ਕਲਿਆਣੀ ਕਹਿੰਦੀ ਮੈਂ ਬਰਥਡੇ ਤੇ ਸੀਗੀ, ਉਹ ਇੰਨੇ ਸਾਫ਼ ਤਰੀਕੇ ਨਾਲ ਬਰਥਡੇ 'ਚ ਆਪਣਾ ਹੋਣਾ 10 ਸੈਕਟਰ ਐਸਟੈਬਲਿਸ਼ ਨਹੀਂ ਕਰ ਪਾਉਂਦੀ। ਪਰ ਉਹਦੇ ਨਾਲ ਇੱਕ ਹੋਰ ਜਿਹੜੀ ਗੱਲ ਹੈ ਬੜੀ ਜ਼ਰੂਰੀ, ਜਿਹੜੀ ਆਰਡਰ 'ਚ ਲਿਖੀ ਹੈ ਜੱਜ ਸਾਹਿਬ ਨੇ, ਉਹ ਪੜ੍ਹਨੀ ਵੀ ਬੜੀ ਜ਼ਰੂਰੀ ਹੈ। ਉਹਦੇ ਵਿੱਚ ਕਲਿਆਣੀ ਦਾ ਜਿਹੜਾ ਫਾਦਰ ਹੈ ਪਰਮਿੰਦਰ ਸਿੰਘ, ਉਹਨਾਂ ਦਾ ਵੀ ਪੋਲੀਗ੍ਰਾਫ ਹੋਇਆ ਉਸੀ ਗੱਲ ਬਾਰੇ ਕਿ ਕਲਿਆਣੀ ਬਰਥਡੇ ਤੇ ਸੀਗੀ ਕਿ ਨਹੀਂ ਸੀਗੀ ਉਹਨਾਂ ਦੇ ਨਾਲ। ਉਹਨਾਂ ਨੇ ਕਿਹਾ ਕਲਿਆਣੀ ਮੇਰੇ ਨਾਲ ਹੀ ਬਰਥਡੇ ਸੀ, ਇਕੱਠੇ ਸੀਗੇ, ਅਸੀਂ ਇਕੱਠੇ ਪਾਰਟੀ ਅਟੈਂਡ ਕਰ ਰਹੇ ਸੀ, ਡਿਨਰ ਇਕੱਠੇ ਕੀਤਾ। ਉਹ ਸੀਬੀਆਈ ਕਹਿੰਦੀ ਹੈ ਉਹ ਤਾਂ ਸੱਚ ਬੋਲਿਆ ਬਿਲਕੁਲ। ਜੇ ਫਾਦਰ ਸੱਚ ਬੋਲ ਰਿਹਾ ਆਪਣੀ ਬੇਟੀ ਦੇ ਨਾਲ ਹੋਣ ਬਾਰੇ, ਫਿਰ ਕਲਿਆਣੀ ਦਾ ਜਿਹੜਾ ਡਿਸੈਪਟਿਵ ਕਹਿ ਰਹੇ ਹੈ ਉਸ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਕਲਿਆਣੀ ਉੱਥੇ ਮੌਕੇ ਤੇ ਨਹੀਂ ਸੀਗੀ। ਬਿਕੋਜ਼ 2 ਟੈਸਟ ਹੋਇਆ ਉਸ ਦਿਨ ਇਕੱਠੇ, ਔਰ ਸੀਬੀਆਈ ਦੀ ਆਪਣੀ ਰਿਪੋਰਟ ਕਹਿੰਦੀ ਹੈ ਕਿ ਪਰਮਿੰਦਰ ਸਿੰਘ ਜਿਹੜਾ ਫਾਦਰ ਹੈ ਉਹਦਾ ਕਲਿਆਣੀ ਦੇ, ਉਹਦਾ ਟੈਸਟ ਠੀਕ ਹੈ, ਸਹੀ ਹੈ, ਬਿਲਕੁਲ ਹੀ ਇਜ਼ ਟੈਲਿੰਗ ਦੀ ਟਰੂਥ। ਸੋ ਇਫ ਹੀ ਇਜ਼ ਟੈਲਿੰਗ ਦੀ ਟਰੂਥ, ਬੇਟੀ ਉਹਦੇ ਨਾਲ ਹੈ, ਫਿਰ ਬੇਟੀ ਵਿੱਚੋਂ ਕਿੱਥੋਂ ਨਿਕਲ ਗਈ? ਨਾਲੇ ਸਾਰੀਆਂ ਗੱਲਾਂ ਤੋਂ ਜ਼ਿਆਦਾ ਜ਼ਰੂਰੀ ਗੱਲ ਹੈ ਭਾਈ ਸਾਹਿਬ, ਉਹ ਹੈ ਕਿ ਮੌਕੇ ਤੇ ਕੋਈ ਐਵੀਡੈਂਸ ਹੈ ਕਲਿਆਣੀ ਦੇ ਹੋਣ ਦੀ 20 ਤਰੀਕ ਨੂੰ ਕਿ ਨਹੀਂ ਹੈ। ਦੇ ਹੈਵ ਨੋ ਐਵੀਡੈਂਸ। ਸੀਬੀਆਈ ਕੋਲ ਕੋਈ ਐਵੀਡੈਂਸ ਨਹੀਂ ਹੈ ਦੱਸਣ ਦੀ ਕਿ ਮੌਕੇ ਤੇ ਕਲਿਆਣੀ ਹੈ। ਕਿਉਂਕਿ ਜਿਹੜੀ ਹੋਰ ਗੱਲ ਬੜੀ ਜ਼ਰੂਰੀ ਆਪਣਾ ਦੇਖਣੀ ਹੈਗੀ ਹੈ ਜਾਂ ਉਹਨੂੰ ਅਸੀਂ ਕੰਸੀਡਰ ਕਰਨਾ ਜ਼ਰੂਰੀ ਹੈ, ਅੱਜ ਕੱਲ ਦਾ ਮੌਸਮ ਹੈ, ਹੁਣ ਅੱਜ 14 ਤਰੀਕ ਹੋ ਗਈ ਹੈ, 20 ਤਰੀਕ ਦਾ ਅਕਰੈਂਸ ਹੈ ਆਲਮੋਸਟ ਦਿਸ ਟਾਈਮ ਆਫ ਦੀ ਈਅਰ। ਔਰ ਚੰਡੀਗੜ੍ਹ ਵਿੱਚ ਤੁਸੀਂ ਇਹ ਦੱਸੋ ਕਿ ਖਾਣਾ ਖਾਣ ਤੋਂ ਬਾਅਦ ਕਿਹੜੇ ਪਾਰਕ ਵਿੱਚ ਜਾਂ ਕਿਹੜੀ ਸੜਕ ਤੇ ਲੋਕੀ ਸੈਰ ਨਹੀਂ ਕਰ ਰਹੇ ਹੁੰਦੇ? ਜੇ ਸੈਰ ਕਰ ਰਹੇ ਹੁੰਦੇ ਆ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜੇ ਕੋਈ ਲੜਕੀ ਨਿਕਲੀ ਉੱਥੋਂ ਜਾਂ ਕੋਈ ਲੜਕਾ ਨਿਕਲਿਆ, ਅਸੇਲੈਂਟ ਸਿਰਫ ਉਹੀ ਹੋਣਗੇ, ਹੋਰ ਕੋਈ ਹੋ ਨਹੀਂ ਸਕਦਾ ਅਸੇਲੈਂਟ। ਕੋਈ ਵੀ ਬੰਦਾ ਜੇ ਕੋਈ ਗਨ ਫਾਇਰ ਸੁਣੂਗਾ ਉਹ ਭੱਜੇਗਾ ਉੱਥੋਂ ਮੌਕੇ ਤੋਂ ਡਰ ਕੇ, ਕਿਹੜਾ ਬੈਠਾ ਰਹੇਗਾ ਦੇਖਣ ਲਈ ਕਿ ਜੇ ਕੌਣ ਮਾਰ ਕੇ ਗਿਆ ਤੇ ਕੌਣ ਕਿੱਦਾਂ ਮਾਰ ਰਿਹਾ, ਮੈਨੂੰ ਨਾ ਗੋਲੀ ਮਾਰ ਦੇ। ਸੋ ਹਾਊ ਡੂ ਯੂ ਸੇ ਕਲਿਆਣੀ ਉੱਥੇ? ਦੈਟ ਇਜ਼ ਦੀ ਬੇਸਿਕ ਇਸ਼ੂ। ਪਹਿਲਾਂ ਤਾਂ ਕਲਿਆਣੀ ਦਾ ਉੱਥੇ ਹੋਣਾ, ਫਿਰ ਉਹਦਾ ਪਾਰਟਿਸਿਪੇਟ ਕਰਨਾ, ਦੋਨੋਂ ਗੱਲਾਂ ਹੀ ਨੇ। ਸਤੇਜ ਜੀ, ਮੇਰਾ ਅਗਲਾ ਸਵਾਲ ਇਹ ਹੈ, ਤੁਸੀਂ ਕਲਿਆਣੀ ਨੂੰ ਇਨੋਸੈਂਟ ਸਾਬਿਤ ਕਰ ਰਹੇ ਹੋ, ਕਹਿ ਰਹੇ ਹੋ, ਹਾਂਜੀ, ਬਟ ਐਟ ਦੀ ਸੇਮ ਟਾਈਮ do you admit ਕਿ ਕਲਿਆਣੀ had a long standing relationship with Sippy Sidhu? That's one. And maybe some other people, maybe her uncle also, ਜਿਵੇਂ ਕਿ ਅਲੈਜ ਕੀਤਾ ਗਿਆ ਪ੍ਰੋਟੈਸਟ ਪਟੀਸ਼ਨ 'ਚ। ਹਾਂਜੀ, ਇਦਾਂ ਹੈ ਇਹਦੇ ਬਾਰੇ ਜਿੱਥੇ ਤੱਕ ਰਿਲੇਸ਼ਨਸ਼ਿਪ ਵਿਦ ਸਿੱਪੀ ਸਿੱਧੂ ਹੈ ਉਹਦਾ ਕੋਈ ਡਿਨਾਇਲ ਨਹੀਂ ਹੈ, ਬਿਕੋਜ਼ in his own mails Sippy Sidhu is trying to convince time and again Kalyani ਨੂੰ ਕਿ Kalyani I want to get married to you, ਤੂੰ ਨਾ ਕਰ ਰਹੀ ਹੈ, ਤੇਰੇ ਬਿਨਾ ਮੇਰਾ ਜਿਹੜਾ ਕਰੀਅਰ ਹੈ ਉਹ ਵੀ ਨਹੀਂ ਚੱਲਦਾ, ਤੇਰੇ ਬਿਨਾ ਮੇਰਾ ਕੰਮ ਨਹੀਂ ਚੱਲਦਾ, ਮੈਂ ਆਪਣੇ ਮਦਰ ਨੂੰ ਤੇਰੇ ਘਰ ਲੈ ਕੇ ਆਇਆ ਰਿਸ਼ਤੇ ਵਾਸਤੇ ਤੇ ਮੈਂ ਕੋਈ ਤੈਨੂੰ ਝੂਠ ਨਹੀਂ ਬੋਲ ਰਿਹਾ। These are the mails written 10 ਦਿਨ ਪਹਿਲਾਂ, 12 ਦਿਨ ਪਹਿਲਾਂ, 15 ਦਿਨ ਪਹਿਲਾਂ of the incident, ਜਿਹੜੇ ਸਿੱਪੀ ਸਿੱਧੂ ਲਿਖ ਰਿਹਾ ਕਲਿਆਣੀ ਨੂੰ। ਔਰ ਜਿਹੜਾ ਮੋਟਿਵ ਦੱਸਣਾ ਚਾਹ ਰਹੀ ਹੈ ਫੈਮਿਲੀ ਅੱਜ ਤੱਕ, ਜਿਹੜਾ ਮੋਟਿਵ ਸੀਬੀਆਈ ਵੀ ਬਿਲਡ ਕਰ ਰਹੀ ਹੈ, ਉਹ ਇਹ ਕਹਿ ਰਹੀ ਹੈ ਕਿ ਕਲਿਆਣੀ ਵਿਆਹ ਕਰਾਉਣਾ ਚਾਹੁੰਦੀ ਸੀ ਔਰ ਸਿੱਪੀ ਸਿੱਧੂ ਮਨਾ ਕਰਨਾ ਚਾਹੁੰਦੇ ਸੀ, ਕਰ ਰਿਹਾ ਸੀਗਾ, ਉਹਦੀ ਫੈਮਿਲੀ ਨਹੀਂ ਚਾਹੁੰਦੀ ਸੀ ਵਿਆਹ ਹੋਵੇ ਬਿਕੋਜ਼ ਆਫ ਕਾਸਟ ਫੈਕਟਰ।
ਐਂਡ ਅਦਰ ਥਿੰਗਸ। ਪਰ ਉਹ ਹੋਇਆ ਕੀ ਹੈ ਕਿ ਜਿਹੜਾ ਡਾਕੂਮੈਂਟਰੀ ਰਿਕਾਰਡ ਹੈ ਉਹ ਸਾਰਾ ਉਲਟ ਬੋਲਦਾ ਪਿਆ। ਡਾਕੂਮੈਂਟ ਸਾਰੇ ਇਹ ਕਹਿ ਰਹੇ ਹੈ ਕਿ ਸਿੱਪੀ ਸਿੱਧੂ ਵਾਂਟ ਟੂ ਗੈਟ ਮੈਰਿਡ, ਪਹਿਲੀ ਗੱਲ ਹੈ। ਦੂਜੀ ਗੱਲ ਜਿਹੜੀ ਦੇਖਣ ਵਾਲੀ ਇਹਦੇ ਚ ਹੈ ਕਿ ਜਦੋਂ ਸਿੱਪੀ ਸਿੱਧੂ ਬਾਹਰ ਗਿਆ ਹੋਇਆ ਸੀਗਾ, ਹੀ ਹੈਡ ਗੋਨ ਟੂ ਕੈਨੇਡਾ ਐਂਡ ਇੰਗਲੈਂਡ, ਉਹ 16 ਨੂੰ ਵਾਪਸ ਆਂਦਾ ਉੱਥੋਂ ਦੀ, 16 ਨੂੰ ਆ ਕੇ ਆਪਣੀ ਦਿੱਲੀ ਵਾਲੀ ਗਰਲਫ੍ਰੈਂਡ ਕੋਲ ਰਹਿੰਦਾ ਹੈ, 18 ਨੂੰ ਵਾਪਸ ਆਂਦਾ, 18 ਨੂੰ ਇਹਦੀ ਇੱਕ ਹੋਰ ਗਰਲਫ੍ਰੈਂਡ ਪਿਕ ਕਰਦੀ ਹੈ ਉਹਨੂੰ, ਔਰ ਜਿਸ ਦਿਨ ਡੈਥ ਹੋਈ ਹੈ ਉਸ ਦਿਨ ਵੀ ਉਹ ਗਰਲਫ੍ਰੈਂਡ ਉਹਦੇ ਨਾਲ ਸੀ। ਸੀਬੀਆਈ ਨੇ ਉਹਦਾ ਜ਼ਿਕਰ ਕੀਤਾ GF1 ਇਨ ਦੀ ਸੀਬੀਆਈ ਰਿਪੋਰਟ, देयर इज रेफरेंस ऑफ 6 गर्ल्स GF1 to GF6। ਸੋ GF ਜਿਹੜੀ 1 ਹੈ ਉਹ ਉਹਦੇ ਨਾਲ ਸੀ ਮਰਡਰ ਵਾਲੇ ਦਿਨ ਵੀ, ਉਸ ਤੋਂ 2 ਦਿਨ ਪਹਿਲਾਂ ਵੀ ਉਹਦੇ ਨਾਲ ਸੀ, ਉਹ ਘੁੰਮਦਾ ਹੀ ਉਹਦੇ ਨਾਲ ਸੀ ਬੇਸਿਕਲੀ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਕਿ ਮੋਟਿਵ ਕੀ ਹੈ ਔਰ ਰਿਲੇਸ਼ਨਸ਼ਿਪ ਹੈ ਜਾਂ ਨਹੀਂ ਹੈ, ਰਿਲੇਸ਼ਨਸ਼ਿਪ ਸੀਗਾ, ਬਿਲਕੁਲ ਸੀਗਾ, ਪਰ ਕਲਿਆਣੀ ਐਜ਼ ਆਈ ਟੋਲਡ ਯੂ ਅਰਲੀਅਰ ਬਿਕਾਜ਼ ਆਫ ਹਿਸ ਲੀਕਿੰਗ ਦੀ ਫੋਟੋਗ੍ਰਾਫਸ ਔਰ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਪਾਣ ਕਰਕੇ ਇਹਦੇ ਘਰ ਭੇਜਣ ਕਰਕੇ ਕਲਿਆਣੀ ਨੇ ਰਿਸ਼ਤਾ ਇਹਨਾਂ ਤੋੜ ਲਿਆ ਸੀ ਔਰ ਕਿਹਾ ਸੀ ਤੇਰੇ ਨਾਲ ਮੈਂ ਵਿਆਹ ਨਹੀਂ ਕਰਾਉਣਾ। ਇਹ ਸਭ ਕੁਝ ਜਿਹੜਾ ਹੈਗਾ ਡਾਕੂਮੈਂਟਡ ਹੈ, ਈਮੇਲਸ ਹੈਗੀਆਂ। ਔਰ ਜਿਹੜੀ ਅਗਲੀ ਗੱਲ ਹੈ ਜਿਹੜੀ ਬਹੁਤ ਜ਼ਰੂਰੀ ਹੈ ਦੇਖਣੀ ਹੋਇਆ ਕਿ 1 ਮਹੀਨਾ ਪਹਿਲਾਂ 17 ਅਗਸਤ ਨੂੰ 4 ਬੰਦੇ ਸਿੱਪੀ ਸਿੱਧੂ ਦੇ ਘਰ ਆਏ, ਉਹਦੇ ਘਰ ਦੇ ਬਾਹਰ ਸੀਗੇ, ਉੱਥੋਂ ਦੀ ਸਿੱਪੀ ਸਿੱਧੂ ਉਸ ਟਾਈਮ ਨਹੀਂ ਸੀ। ਜਦੋਂ ਨਿਕਲੇ ਉਹਨਾਂ ਦੀ ਡੈਰੀ ਗਿਰ ਗਈ, ਡੈਰੀ ਵਿੱਚ ਜਗੀਰ ਕੌਰ ਜਿਹੜੇ ਹੈਗੇ ਹੈ ਉਹਨਾਂ ਦੇ ਜਵਾਈ ਦਾ ਨਾਮ ਸੀਗਾ, ਹੋਰ ਲੋਕਾਂ ਦੇ ਨਾਮ ਸੀ। ਉਹ ਐਂਗਲ ਕਦੀ ਵੀ ਸੀਬੀਆਈ ਨੇ ਇਨਵੈਸਟੀਗੇਟ ਨਹੀਂ ਕੀਤਾ। ਔਰ ਉਹ ਜਿਹੜਾ ਮੈਂ ਤੁਹਾਨੂੰ ਐਂਗਲ ਦੱਸ ਰਿਹਾ ਉਹ ਇਸ ਲਈ ਜ਼ਰੂਰੀ ਹੈ ਬਿਕਾਜ਼ ਹੀ ਵਾਸ ਇਨਟੂ ਵੀਲਿੰਗ ਡੀਲਿੰਗ ਐਂਡ ਪ੍ਰੋਬਬਲੀ some mafia people or somebody have been threatening him for some reason। that is ਜਿਹੜਾ ਉਹਨੂੰ ਫੋਨ ਵੀ ਆਇਆ 18 ਨੂੰ ਜਿਹੜੇ ਸਿੱਪੀ ਸਿੱਧੂ ਤੇ ਲਾਏ ਜਾ ਰਹੇ ਕਿ ਉਹਨੇ ਕਲਿਆਣੀ ਨੇ ਫੋਨ ਕੀਤਾ ਸਿੱਪੀ ਸਿੱਧੂ ਨੂੰ ਔਰ ਸਿੱਪੀ ਸਿੱਧੂ ਡਰ ਗਿਆ। ਉਹ ਬੇਸਿਕਲੀ ਜਿਹੜੇ ਤੁਸੀਂ ਦੇਖੋਗੇ ਕਾਲਸ ਉਹ ਇਦਾਂ ਦੀਆਂ, ਔਰ ਉਹਦਾ ਜਿਹੜਾ ਵਰਡਿੰਗ ਹੈ ਉਹ ਇਦਾਂ ਦੀ ਹੈ ਕਿ ਕਲਿਆਣੀ ਦਾ ਫੋਨ ਨਹੀਂ ਹੋ ਸਕਦਾ। ਉਹ ਸਿੱਪੀ ਸਿੱਧੂ ਫੋਨ ਸੁਣ ਕੇ ਡਰ ਗਿਆ ਬਿਲਕੁਲ। ਐਂਡ ਮੇਲਸ ਵਿੱਚ ਹੀ ਕਨਫਾਈਡਡ ਇਨ ਕਲਿਆਣੀ ਐਂਡ ਟੋਲਡ ਹਰ ਮੇਰੀ ਲਾਈਫ ਨੂੰ ਥ੍ਰੈਟ ਹੈ। ਇਹ ਕਲਿਆਣੀ ਨੂੰ ਸਿੱਪੀ ਸਿੱਧੂ ਨੇ ਕਿਹਾ ਔਰ ਕਲਿਆਣੀ ਨੇ ਉਹਨੂੰ ਵਾਪਸ ਜਿਹੜੀ ਮੇਲਸ ਕੀਤੀਆਂ ਹੋਈਆਂ ਉਹ ਹੈ ਕਿ ਭਾਈ ਤੈਨੂੰ ਡੀਜੀਪੀ ਵੀ ਜਾਣਦਾ ਹੈ, ਤੈਨੂੰ ਬਾਦਲ ਸਾਹਿਬ ਵੀ ਜਾਣਦੇ ਆ, ਯੂ ਆਰ ਵੈਲ ਕਨੈਕਟਡ, ਤੇ ਤੂੰ ਆਪਣੇ ਲਈ ਸਿਕਿਉਰਿਟੀ ਲੈ। ਹੀ ਸੈਡ ਮੈਂ ਸਿਕਿਉਰਿਟੀ ਲੈ ਲਈ ਹੈ। ਇਹ ਮੇਲਸ ਆਪਸ ਚ ਹੈ। ਫਿਰ ਕੈਨੇਡਾ ਜਾ ਕੇ ਆਪਣੇ ਦੋਸਤ ਨੂੰ ਦੱਸਿਆ ਉਹਨੇ ਕਿ ਮੈਨੂੰ ਥ੍ਰੈਟ ਹੈ ਕਿਸੇ ਤੋਂ, ਉੱਥੇ ਵੀ ਕਲਿਆਣੀ ਦੇ ਨਾਮ ਨਹੀਂ ਲੈਂਦਾ। ਸੋ ਇਫ ਹੀ ਇਜ਼ ਟੁਵਰਡਸ ਦੀ ਐਂਡ ਹੀ ਇਜ਼ ਕਨਫਾਈਡਿੰਗ ਇਨ ਕਲਿਆਣੀ, ਹਰ ਚੀਜ਼ ਵਾਸਤੇ ਹਰ ਗੱਲ ਉਹਨੂੰ ਦੱਸ ਰਿਹਾ ਆਪਣੀ। ਤਾਂ ਇਸ ਤੋਂ ਜ਼ਾਹਿਰ ਹੈ ਕਿ ਜਿਹੜਾ ਝਗੜਾ ਨਹੀਂ ਸੀਗਾ, ਕੋਈ ਵਿਆਹ ਦਾ ਮਸਲਾ ਸੀਗਾ। ਹੁਣ ਵਿਆਹ ਕੌਣ ਨਹੀਂ ਕਰਾਉਣਾ ਚਾਹੁੰਦਾ ਸੀਗਾ, ਇਹ ਡਾਕੂਮੈਂਟਡ ਹੈ ਕਿ ਕਲਿਆਣੀ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ। ਅੱਛਾ ਸਰਤੇਜ ਜੀ, ਕਮਿੰਗ ਟੂ ਦੀ ਮੋਸਟ ਇੰਪੋਰਟੈਂਟ ਕੁਐਸਚਨ, ਹਾਂਜੀ, ਯੂ ਹੈਵ ਮੈਨੇਜਡ ਟੂ ਕਨਵਿੰਸ ਦੀ ਕੋਰਟ ਕਿ ਬੇਲ ਦੇ ਦਿਓ ਜੀ, ਜਦੋਂ ਕਿ 90 ਦਿਨ ਪੂਰੇ ਨਹੀਂ ਹੋਏ ਸੀ ਇਨਵੈਸਟੀਗੇਸ਼ਨ ਦੇ। 12 ਤਰੀਕ ਨੂੰ ਚਾਰਜ ਸ਼ੀਟ ਸੀਬੀਆਈ ਕੋਰਟ 'ਚ ਫਾਈਲ ਕਰ ਦਿੰਦੀ ਆ। ਹਾਂਜੀ, 13 ਤਰੀਕ ਨੂੰ ਮਾਰਨਿੰਗ ਦੇ ਵਿੱਚ ਇਹਦਾ ਪ੍ਰੋਨਾਉਂਸਮੈਂਟ ਲਿਸਟਡ ਵੀ ਹੈ ਨਹੀਂ। ਹਾਂਜੀ, ਫਿਰ ਸ਼ਾਮ ਨੂੰ ਇਹਦਾ ਜਿਹੜਾ ਹੈਗਾ ਪ੍ਰੋਨਾਉਂਸਮੈਂਟ ਵੀ ਹੋ ਜਾਂਦੀ ਹੈ। ਬਿਲਕੁਲ ਜੀ। ਔਰ ਮਾਹਿਰ ਕਹਿ ਰਹੇ ਆ, ਜਿਹੜੇ ਲੀਗਲ ਮਾਹਿਰ ਆ, ਕਿ ਰਿਪੇਅਰ ਵਾਸ ਦੀ ਸੋ ਮਚ ਹਰੀ, ਜੇ 90 ਦਿਨ ਤੋਂ ਦੇ ਅੰਦਰ ਸੀਬੀਆਈ ਚਲਾਨ ਪੇਸ਼ ਨਾ ਕਰਦੀ ਫਿਰ ਡਿਫਾਲਟ ਬੇਲ ਮਿਲ ਜਾਂਦੀ। ਹੁਣ 1 ਦਿਨ ਦੇ ਫਰਕ ਨਾਲ ਚਲਾਨ ਪੇਸ਼ ਹੋ ਗਿਆ 12 ਤਰੀਕ ਨੂੰ, ਤੇ ਇਮੀਡੀਏਟਲੀ ਇਨ ਅ ਹਰੇਡ ਮੈਨਰ ਸ਼ੀ ਵਾਸ ਗ੍ਰਾਂਟਡ ਬੇਲ। ਵਾਈ? ਇਹ ਸਾਰਾ ਜੀ, as I said, all this is in the air. I would ask you a counter question before answering. Are your legal experts saying ਕਿ ਜਿਹੜੀ ਮਰਡਰ ਕੇਸ 'ਚ ਹੈ ਉਹ ਸਿਰਫ ਡਿਫਾਲਟ ਬੇਲ ਹੀ ਹੋ ਸਕਦੀ ਹੈ ਕਿ 90 ਦਿਨ ਚਲਾਨ ਨਾ ਪੇਸ਼ ਹੋਏ ਤਾਂ ਹੀ ਬੇਲ ਹੁੰਦੀ ਹੈ, ਦੂਜੇ ਦਿਨ ਬੇਲ ਨਹੀਂ ਹੋ ਸਕਦੀ? ਕੀ 302 ਦੇ ਕੇਸ, ਮਰਡਰ ਦੇ ਕੇਸ ਐਂਟੀਸਪੇਟਰੀ ਬੇਲ ਨਹੀਂ ਹੋ ਸਕਦੀ? ਇਹ ਕਿੱਥੇ ਲਿਖਿਆ ਕਿ 90 ਦਿਨ ਵੇਟ ਕਰਨੀ ਹੁੰਦੀ ਹੈ? ਪਹਿਲੀ ਗੱਲ ਤਾਂ ਤੁਹਾਡੀ ਇਹ ਗੱਲ ਜਵਾਬ ਹੈ ਕਿ ਬੇਲ ਜਿਹੜੀ ਹੈਗੀ ਹੈ ਉਹ ਕੋਈ ਵੀ ਜੱਜ ਜਦੋਂ ਕੇਸ ਨੂੰ ਸੁਣਦਾ ਹੈ ਉਹ ਸੁਣ ਕੇ ਸਿਰਫ FIR ਦੇ ਬੇਸ ਤੇ ਵੀ ਕਰ ਸਕਦਾ ਬੇਲ, ਸਿਰਫ FIR ਪੜ੍ਹ ਕੇ ਵੀ ਬੇਲ ਕਰ ਸਕਦਾ। ਜੇ ਸਪੋਜ਼ ਅੱਜ FIR ਦਰਜ ਹੁੰਦੀ ਹੈ, 30 ਦਿਨ ਕਿਸੇ ਨੇ ਕੋਈ ਐਵੀਡੈਂਸ ਕਲੈਕਟ ਨਹੀਂ ਕੀਤੀ ਔਰ ਕੋਰਟ ਕੋਲ ਮਸਲਾ ਜਾਂਦਾ, ਕੋਰਟ ਬੇਲ ਕਰ ਸਕਦੀ ਹੈ। ਯੂ ਕਾਂਟ ਕੁਐਸਚਨ ਦੀ ਕੋਰਟ ਕਿ ਕਿਉਂ ਬੇਲ ਕਰਤੀ, ਪਹਿਲੀ ਗੱਲ। ਪਰ ਮੈਂ ਸਾਰੀ ਗੱਲਾਂ ਦਾ ਜਵਾਬ ਦੇ ਰਿਹਾ ਇੱਕ ਇੱਕ ਕਰਕੇ। ਹਲੇ ਮੈਂ ਪਹਿਲੀ ਗੱਲ ਤੁਹਾਨੂੰ ਜਵਾਬ ਦਿੱਤਾ ਹੈ ਕਿ there is no time limit to file a bail application and there is no time limit for the judge to grant bail ਕਿ 90 ਦਿਨ ਨਹੀਂ ਹੋਵੇ ਬੇਲ ਨਹੀਂ ਕਰਨੀ। ਇਹ ਕਿੱਥੇ ਲਿਖਿਆ ਹੈ ਕਿ ਵੇਟ ਕਰਨੀ ਹੁੰਦੀ ਹੈ ਕਿ ਚਲਾਨ ਪੇਸ਼ ਹੋਏਗਾ ਜੀ ਫੇਰ ਅਸੀਂ ਕਰਾਂਗੇ। ਹੁਣ ਅਗਲੀ ਗੱਲ ਤੇ ਆ ਜਾਈਏ, ਜੇ 90ਵੇਂ ਦਿਨ ਉਹਨਾਂ ਨੇ ਬੇਲ ਕੀਤੀ ਔਰ ਸੀਬੀਆਈ ਨੇ ਆਪਣੀ ਰਿਪੋਰਟ ਫਾਈਲ ਕੀਤੀ 90ਵੇਂ ਦਿਨ ਕੋਰਟ 'ਚ, ਇਹ ਤਾਂ ਸੀਗਾ ਜੇ ਕੋਈ ਐਵੀਡੈਂਸ ਜਿਹੜੀ ਸੀਬੀਆਈ ਨੇ ਇਕੱਠੀ ਕੀਤੀ ਉਹ ਜੱਜ ਸਾਹਿਬ ਨੇ ਨਾ ਦੇਖੀ ਹੋਏ। ਕਿਉਂਕਿ ਜਦੋਂ ਬਹਿਸ ਹੋਈ, ਜੱਜ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿ ਜਦੋਂ ਤੁਸੀਂ ਦਸੰਬਰ 2020 'ਚ ਆਪਣੀ ਰਿਪੋਰਟ ਫਾਈਲ ਕਰਤੀ ਸੀ ਅਨਟ੍ਰੇਸਡ,
ਉਹਦੇ ਬਾਅਦ ਤੁਸੀਂ ਕੀ ਐਵੀਡੈਂਸ ਇਕੱਠੀ ਕੀਤੀ ਹੈ, ਮੈਨੂੰ ਉਹ ਵੀ ਦਿਖਾ ਦਿਓ। ਸੀਬੀਆਈ ਆਪਣਾ ਰਿਕਾਰਡ ਸਾਰਾ ਦੇ ਕੇ ਆਈ ਜੱਜ ਸਾਹਿਬ ਨੂੰ, ਜੱਜ ਸਾਹਿਬ ਨੇ ਸਾਰਾ ਰਿਕਾਰਡ ਕੰਸੀਡਰ ਕੀਤਾ। ਜੇ ਸੀਬੀਆਈ ਕੋਲ ਕੋਈ ਵੀ 2 ਸਤੰਬਰ ਨੂੰ ਬਹਿਸ ਹੋਈ ਕੇਸ ਦੀ, 2 ਸਤੰਬਰ ਨੂੰ ਜੱਜ ਸਾਹਿਬ ਨੇ ਰਿਕਾਰਡ ਲੈ ਲਿਆ ਸੀਬੀਆਈ ਤੋਂ। ਜੇ ਸੀਬੀਆਈ ਇਹ ਕਹਿ ਦੇ ਕਿ 2 ਸਤੰਬਰ ਤੋਂ ਬਾਅਦ ਵੀ ਅਸੀਂ ਕੋਈ ਐਵੀਡੈਂਸ ਹੋਰ ਇਕੱਠੀ ਕੀਤੀ ਹੈ, ਫਿਰ ਸ਼ਾਇਦ ਕੋਈ ਬੰਦਾ ਇਹ ਕਹਿ ਸਕੇ ਕਿ ਜੱਜ ਸਾਹਿਬ ਨੇ ਐਵੀਡੈਂਸ ਨਹੀਂ ਦੇਖੀ। The last evidence which the CBI has collected is November 2021. So ਜੱਜ ਸਾਹਿਬ ਨੇ ਸਾਰਾ ਰਿਕਾਰਡ ਦੇਖਿਆ, ਰਿਕਾਰਡ ਦੇਖ ਕੇ ਪੜਿਆ। ਔਰ ਸਪੋਜ਼ ਜਿਹੜੀ ਗੱਲ ਕਰ ਰਹੇ ਹੋ, ਜੇ ਇਹ ਬਹਿਸ 2 ਨੂੰ ਨਾ ਸੁਣ ਕੇ ਜੱਜ ਸਾਹਿਬ 13 ਤਰੀਕ ਨੂੰ ਸੁਣ ਲੈਂਦੇ, 12 ਤਰੀਕ ਨੂੰ ਸੀਬੀਆਈ ਰਿਪੋਰਟ ਫਾਈਲ ਕਰ ਦਿੰਦੀ ਹੈ। ਜੇ 13 ਨੂੰ ਕਰਦੇ ਫਿਰ ਵੀ ਉਹੀ ਕਾਗਜ਼ ਸੀਗੇ, ਕੋਈ ਨਵੇਂ ਕਾਗਜ਼ ਤਾਂ ਆਏ ਨਹੀਂ ਅੱਜ ਤੱਕ। ਉਹ ਤੋਂ ਬਾਅਦ ਕੋਈ ਨਵਾਂ ਕਾਗਜ਼ ਨਹੀਂ ਆਇਆ, ਸਾਰੇ ਕਾਗਜ਼ ਪਹਿਲਾਂ ਹੀ ਮੌਜੂਦ ਸੀ। ਔਰ ਸਾਰੇ ਜੱਜ ਸਾਹਿਬ ਨੇ ਰਿਕਾਰਡ ਲੈ ਕੇ ਸੀਬੀਆਈ ਦੀ ਸਾਰੀ ਐਵੀਡੈਂਸ ਲੈ ਕੇ ਫਿਰ ਆਪਣਾ ਫੈਸਲਾ ਕੀਤਾ। अच्छा सरतेज जी, बार बार किया जा रहा कि मे बी इन्वेस्टिगेटिंग एजेंसी ते या होर ਜਿਹੜੇ ਕੰਪੋਨੈਂਟ ਹੈ ਜਸਟਿਸ ਦਿਵਾਉਣ ਵਾਲੇ, ਉਹਨਾਂ ਤੇ ਕਲਿਆਣੀ ਦੀ ਪਾਵਰਫੁਲ ਮਦਰ ਦਾ ਅਸਰ ਹੋ ਸਕਦਾ। ਪਾਵਰਫੁਲ ਦੇਖੋ ਇਦਾਂ ਹੈ, ਜੇ ਪਾਵਰਫੁਲ ਮਦਰ, ਜਿਵੇਂ ਕਿ ਮਦਰ ਪਾਵਰਫੁਲ ਜਿਹੜੀ ਪੂਨਮ ਦਲਾਵਰੀ ਹੈ, पूनम दलावरी अनऑफिशियली जस्टिस सबीना दे 16 सैक्टर वाले घर च भी गई दसी जाती है। सो देयर आर सर्टेन इंस्टांसेस व्हिच हैव बीन प्रॉप्ड अप। सो ਉਹਦੇ ਬਾਰੇ ਤੁਸੀਂ ਕੀ ਕਹੋਗੇ? ਤੱਗੜ ਸਾਹਿਬ ਜਿਹੜੀ ਗੱਲਾਂ ਹੈਗੀਆਂ ਨਾ ਇਹ ਵਾਲੀਆਂ ਕਿ ਉਹਦੇ ਘਰ ਗਈ ਨਹੀਂ ਗਈ, ਇਹਨਾਂ ਦਾ ਕੋਈ ਤੱਥ ਤਾਂ ਹੈ ਨਹੀਂ, ਨਾ ਕੋਈ ਐਵੀਡੈਂਸ ਹੈ। ਜਿਹਦੇ ਮੂੰਹ ਜੋ ਆਏ ਉਹ ਬੋਲ ਸਕਦਾ, ਕਿਸੇ ਨੂੰ ਆਪਾਂ ਰੋਕ ਨਹੀਂ ਸਕਦੇ। ਫਰੀडम ਆਫ ਸਪੀਚ ਇੰਡੀਆ 'ਚ ਹੈਗੀ ਹੈ, ਕੁਝ ਵੀ ਬੋਲ ਜਾਂ ਬੇਬੁਨਿਆਦ ਹੈ, ਇਹਨਾਂ ਦਾ ਕੋਈ ਮਹਿਣਾ ਨਹੀਂ ਹੈ। ਇਹ ਸਭ ਗੱਲਾਂ ਉੜ ਕੇ ਆਈ ਜਾ ਰਹੀਆਂ। ਔਰ ਜਦੋਂ ਪਰਚਾ ਹੁੰਦਾ, FIR ਹੋਈ ਹੈ, ਤੁਹਾਨੂੰ ਮੈਂ ਦੱਸ ਚੁੱਕਿਆ ਆਲਰੇਡੀ, ਜਿਸ ਦਿਨ FIR ਕਰਦੇ ਆ ਉਸ ਤੋਂ ਬਾਅਦ ਇਨਕੁਐਸਟ ਰਿਪੋਰਟ ਹੋਈ ਹੈ, ਜਿਹਦੇ 'ਚ ਜਿੱਪੀ ਸਿੱਧੂ ਦਾ ਔਰ ਇੱਕ ਉਹਦੇ ਅੰਕਲ ਦਾ ਬਿਆਨ ਦਰਜ ਹੋਇਆ। ਉਹਨਾਂ ਨੇ ਉਸ ਬਿਆਨ 'ਚ ਵੀ ਕਲਿਆਣੀ ਦਾ ਨਾਮ ਨਹੀਂ ਦਿੱਤਾ ਹੋਇਆ ਕਿ ਸਾਨੂੰ ਕੋਈ ਸ਼ੱਕ ਹੈ। ਸੋ ਦੇਅਰਫੋਰ ਪੂਨਮ ਦਿਲਾਵਰੀ ਕੋਲ ਜਦੋਂ ਇਨਵੈਸਟੀਗੇਸ਼ਨ ਰਹੀ 5, 7, 8 ਦਿਨ, ਉਹਦੇ ਵਿੱਚ ਕਿਤੇ ਵੀ ਕਲਿਆਣੀ ਦਾ ਹਜੇ ਮੁਲਜ਼ਮ ਬਣੀ ਨਹੀਂ ਸੀਗੀ। ਨੋਬਡੀ ਨਿਊ ਕਿ ਹੈ ਕੌਣ ਹੈ, ਤਾਂ ਬਲਾਈਂਡ ਮਰਡਰ ਸੀਗਾ। ਸੋ ਅੱਜ ਇਹ ਕਹਿ ਦੇਣਾ ਪੂਨਮ ਦਿਲਾਵਰੀ ਉੱਥੇ ਗਈ, ਉਹਨੂੰ ਮਿਲੀ, ਇਹ ਹੋਇਆ ਉਹ ਹੋਇਆ, ਸਭ ਫਾਲਤੂ ਹੈ। ਜਦ ਕਿ ਜਿੱਪੀ ਸਿੱਧੂ ਆਪਣਾ ਜਿਹੜਾ ਦਾਦਾ ਸੀਗਾ ਉਹ ਵੀ ਹਾਈ ਕੋਰਟ ਜੱਜ ਸੀਗੇ। ਹਿਸ ਦਾਦਾ ਵਾਸ ਅ ਹਾਈ ਕੋਰਟ ਜੱਜ, ਹਿਸ ਫਾਦਰ ਵਾਸ ਅ ਗਵਰਨਮੈਂਟ ਕਾਉਂਸਲ, ਹੀ ਵਾਸ ਕਲੋਜ਼ ਟੂ ਮਿਸਟਰ ਬਾਦਲ। ਉਹਨਾਂ ਦੀ ਡੈਥ ਤੇ ਉਹਦੇ ਜਦੋਂ ਭੋਗ ਪਿਆ ਤਾਂ ਸਾਰੇ ਬਾਦਲ ਸਾਹਿਬ ਆਏ ਸੀ, ਹੋਰ ਲੋਕ ਆਏ ਸੀ, ਸਾਰੇ ਜਗੀਰ ਕੌਰ ਆਏ, ਸਾਰੇ ਆਏ ਸੀ। ਸੋ ਹੀ ਵਾਸ ਮੋਰ ਕਨੈਕਟਡ। ਨਰੂਦਾ ਜੀ, ਇਹ ਚੀਜ਼ ਐਕਸਪਲੇਨ ਕਰੋ ਕਿ ਜਦੋਂ ਬੇਲ ਐਪਲੀਕੇਸ਼ਨ ਤੇ ਆਰਡਰ ਪਾਸ ਕੀਤਾ ਜਾਂਦਾ ਕੋਰਟ ਵੱਲੋਂ, ਹਾਈ ਕੋਰਟ ਵੱਲੋਂ, ਹਾਂਜੀ, is it essential or necessary or relevant ਕਿ ਸਾਰਾ ਐਵੀਡੈਂਸ ਡਿਸਕਸ ਕਰ ਦਿਓ ਇੰਨੀ ਡਿਟੇਲ ਕਰਨਾ? ਇਸ ਲਈ ਕਰਨਾ ਪੈਂਦਾ ਹੈ ਅੱਜ ਕੱਲ। ਜੇ ਨਾ ਕਰੋ ਤਾਂ ਹਾਇਰ ਕੋਰਟ ਸੇ ਤੁਸੀਂ ਬਿਨਾਂ ਕੁਝ ਦੇਖੇ, ਬਿਨਾਂ ਕੰਸੀਡਰ ਕੀਤੇ, ਬਿਨਾਂ ਐਵੀਡੈਂਸ ਦੇਖੇ ਤੁਸੀਂ ਬੇਲ ਦੇਤੀ। ਜੇ ਜੱਜ ਸਾਹਿਬ ਇੱਕ ਪੇਜ ਦਾ ਆਰਡਰ ਪਾਸ ਕਰ ਦਿੰਦੇ ਕਹਿ ਕੇ ਕਿ ਅਨਟ੍ਰੇਸ ਰਿਪੋਰਟ ਆਈ ਸੀ ਤੁਹਾਡੀ ਜੀ, ਉਹਦੇ ਬਾਅਦ ਕੋਈ ਖਾਸ ਐਵੀਡੈਂਸ ਨਹੀਂ ਆਈ ਤੁਹਾਡੀ, ਇਸ ਲਈ ਮੈਂ ਬੇਲ ਕਰ ਰਿਹਾ, ਫਿਰ ਇਲਜ਼ਾਮ ਲੱਗਣਾ ਸੀ ਜੱਜ ਸਾਹਿਬ ਨੇ ਤਾਂ ਕੇਸ ਪੜ੍ਹਿਆ ਹੀ ਨਹੀਂ, ਰਿਕਾਰਡ ਦੇਖਿਆ ਹੀ ਨਹੀਂ, ਐਵੀਡੈਂਸ ਨਹੀਂ ਦੇਖੀ, ਏਦਾਂ ਹੀ ਬੇਲ ਕਰਤੀ। ਹੁਣ ਵੀ ਤਾਂ ਹੀ ਆ ਰਿਹਾ ਹੈ ਕਿ ਉਹਦੀ ਮਾਂ ਜੱਜ ਹੈ, ਇਸ ਕਰਕੇ ਉਹ ਕੁੜੀ ਦੀ ਮਦਰ ਜੱਜ ਹੈ, ਇਸ ਕਰਕੇ ਬੇਲ ਕਰਤੀ ਜੱਜ ਸਾਹਿਬ ਨੇ, ਇਨਫਲੂਐਂਸ ਹੋ ਗਿਆ। ਤੇ ਫਿਰ ਤਾਂ ਹੋਰ ਇਲਜ਼ਾਮ ਲੱਗਣੇ ਸੀਗੇ। ਐਟਲੀਸਟ ਐਵਰੀਥਿੰਗ ਇਜ਼ ਬਲੈਕ ਐਂਡ ਵਾਈਟ ਨਾਓ। ਜਿਹੜਾ ਵੀ ਬੰਦਾ ਪੜ੍ਹ ਸਕਦਾ ਇੰਗਲਿਸ਼, ਉਹ ਠੀਕ ਤਰੀਕੇ ਨਾਲ ਪੜ੍ਹੇਗਾ ਆਰਡਰ ਨੂੰ, ਹੀ ਵਿਲ ਨੋ ਕਿ ਐਵੀਡੈਂਸ ਕੋਈ ਹੈਗੀ ਵੀ ਹੈ ਕੁੜੀ ਨੂੰ ਐਡਰੈਸ ਕਰਨ ਲਈ, ਕਿ ਐਵੀਡੈਂਸ ਹੀ ਕੋਈ ਨਹੀਂ ਸੀਗੀ। ਜੱਜ ਸਾਹਿਬ ਨੇ ਸਾਰੀ ਚੀਜ਼ਾਂ ਕੰਸੀਡਰ ਕਰਕੇ, ਬਿਕੋਜ਼ ਸੀਬੀਆਈ ਜਦੋਂ ਬਹਿਸ ਕਰੇਗੀ ਹਰ ਪੁਆਇੰਟ ਤੇ, ਹਰ ਐਵੀਡੈਂਸ ਦੱਸੇਗੀ, ਤਾਂ ਜੱਜ ਸਾਹਿਬ ਨੂੰ ਨਾ ਡੀਲ ਤਾਂ ਕਰਨਾ ਹੀ ਪਏਗਾ। ਆਫਟਰ ਆਲ ਅਪੋਜ਼ ਕਰ ਰਹੀ ਹੈ ਸੀਬੀਆਈ, ਆ ਕੇ ਕੰਪਲੇਨਟ ਬੋਲ ਰਿਹਾ ਹੈ, ਕੰਪਲੇਨਟ ਆਪਣੀ ਪ੍ਰੋਟੈਸਟ ਪਿਟੀਸ਼ਨ ਲਗਾ ਰਿਹਾ ਹੈ, ਜੋ ਐਵੀਡੈਂਸ ਰਿਕਾਰਡ ਤੇ ਸਾਰੀ ਉਹ ਬੋਲ ਰਹੇ ਹੈ ਕਿ ਜੀ ਆਹ ਐਵੀਡੈਂਸ ਕੁੜੀ ਦੇ ਖਿਲਾਫ ਹੈ। ਹੁਣ ਜੱਜ ਸਾਹਿਬ ਦੀ ਮਜਬੂਰੀ ਹੈ ਕਿ ਉਹ ਸਭ ਕੰਸੀਡਰ ਕਰਨ। ਵਨ ਲਾਸਟ ਕੁਐਸਚਨ ਸਰਤੇਜ ਜੀ, ਇੱਕ ਕਨਸਪੀਰੇਸੀ ਥਿਉਰੀ ਵੀ ਚੱਲੀ ਆ ਕਿ ਜਸਟਿਸ ਸਬੀਨਾ ਵਾਸ ਅਬਾਊਟ ਟੂ ਬੀ ਐਲੀਵੇਟਡ ਟੂ ਦ ਸੁਪਰੀਮ ਕੋਰਟ, ਤੇ ਉਹਨੂੰ ਰੋਕਣ ਵਾਸਤੇ ਕੁਝ ਲੋਕਾਂ ਨੇ, ਪਾਵਰਫੁਲ ਲੋਕਾਂ ਨੇ ਇੱਕ ਛੜਯੰਤਰ ਰਚਿਆ ਕਿ ਉਹਦੀ ਬੇਟੀ ਨੂੰ ਫਸਾ ਲਓ, ਉਹ ਇੱਕ ਕੰਟਰੋਵਰਸੀ 'ਚ ਫਸ ਜਾਏਗੀ ਤੇ ਉਹਦੀ ਐਲੀਵੇਸ਼ਨ ਸੁਪਰੀਮ ਕੋਰਟ 'ਚ ਨਹੀਂ ਹੋਏਗੀ। ਇਸ ਚੀਜ਼ ਦਾ ਕਿੰਨਾ ਕੁ ਵਜ਼ਨ ਹੈ, ਜਾਂ ਤੁਹਾਡੇ ਕੋਲ ਇਹਦੇ ਬਾਰੇ ਕਿੰਨੀ ਕੁ ਇਨਫੋਰਮੇਸ਼ਨ ਹੈ? ਸਰ ਮੇਰੇ ਕੋਲੇ ਜੋ ਤੁਸੀਂ ਸੁਣਿਆ ਉਦਾਂ ਹੀ ਮੈਂ ਸੁਣਿਆ ਰਿਊਮਰਸ, ਪਰ देयर इज नथिंग ऑन रिकॉर्ड, देयर इज नो एविडेंस टू दिस। इसलिए आज ਦੀ ਤਰੀਕ 'ਚ ਕਹਿਣਾ ਕਿਸੇ ਨੇ ਕਿਉਂ ਫਸਾਇਆ, ਕੀ ਹੋ ਰਿਹਾ ਹੈ, ਵੀ ਕਾਂਟ ਸੇ।
It could be the SP CBI here in Chandigarh who has done it. You never know. ਉਹਨਾਂ ਦੀ ਜਿਹੜਾ ਬਰਾਦਰੀ ਹੈਗੀ ਉਹ ਸੇਮ ਹੈ ਕੰਪਲੇਨਟ ਵਾਲੀ ਮਰਨ ਵਾਲੇ ਨਾਲ। Quite possible ਉਹ ਕਰ ਰਹੇ ਹੋਣ, quite possible ਕਿਤੋਂ ਉੱਪਰੋਂ ਪ੍ਰੈਸ਼ਰ ਆਇਆ ਹੋਏ। All these things see are behind the curtain. I cannot comment on these ਕਿਉਂਕਿ ਮੈਨੂੰ ਪਤਾ ਹੀ ਨਹੀਂ ਜਿਸ ਚੀਜ਼ ਦਾ ਮੈਂ ਦੁਬਾਰਾ ਬੋਲਾਂਗਾ ਵੀ। Thank you Sartej ji for joining us in this talk show. ਫਿਰ ਵੀ ਤੁਹਾਡੇ ਨਾਲ ਗੱਲਾਂ ਕਰਦੇ ਰਹਾਂਗੇ ਅੱਗੇ ਤੋਂ ਵੀ, ਔਰ ਕੋਈ ਨਵਾਂ ਟੌਪਿਕ ਲੈ ਕੇ। ਥੈਂਕ ਯੂ ਵੈਰੀ ਮਚ ਸਾਹਿਬ, ਥੈਂਕਸ ਫॉर ਟੇਕਿੰਗ ਮੀ, ਐਂਡ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇਹ ਸੀਗੇ ਐਡਵੋਕੇਟ ਸਰਤੇਜ ਨਰੂਲਾ, ਜਿਹੜੇ ਕਲਿਆਣੀ ਸਿੰਘ ਦੇ ਵਕੀਲ ਨੇ ਅਤੇ ਕੇਸ ਦੀ ਪੈਰਵੀ ਕਰ ਰਹੇ ਨੇ। ਇਸ ਕੇਸ ਦੇ ਵਿੱਚ ਬੇਲ ਆਰਡਰ ਹੋਇਆ ਹਾਈ ਕੋਰਟ ਵੱਲੋਂ, ਜਿਹੜਾ ਕਿ ਬੜੀ ਇਨੀਸ਼ੀਅਲ ਸਟੇਜ ਆਫ ਜੁਡੀਸ਼ੀਅਲ ਪ੍ਰੋਸੈਸ ਹੈ। ਹਜੇ ਟ੍ਰਾਇਲ ਹੋਣਾ, ਉਹ 'ਚ ਐਵੀਡੈਂਸ ਹੋਣਾ, ਫਿਰ ਬਾਅਦ 'ਚ ਪਤਾ ਲੱਗੂਗਾ ਹੂ ਇਜ਼ ਗਿਲਟੀ ਔਰ ਹੂ ਇਜ਼ ਨਾਟ। ਪਰ ਜਿੰਨੀ ਵੀ ਜਜਮੈਂਟ ਆਈ ਆ ਉੱਥੋਂ ਇਹ ਕਲੀਅਰ ਆ ਕਿ CBI ਨੇ ਜਿਹੜੀ ਇਨਕੁਆਇਰੀ ਕੀਤੀ ਉਹ ਸ਼ੌਡੀ ਆ, ਉਹ ਅਧੂਰੀ ਆ। ਇਹ ਜੱਜ ਸਾਹਿਬ ਨੇ ਕਿਹਾ, ਹਾਈ ਕੋਰਟ ਦੇ ਜੱਜ ਸਾਹਿਬ ਨੇ। ਹੁਣ ਵੇਖਣਾ ਇਹ ਹੋਏਗਾ ਕਿ ਟ੍ਰਾਇਲ ਕੋਰਟ ਦੇ ਵਿੱਚ ਇਹਦਾ ਕੀ ਨਤੀਜਾ ਰਹਿੰਦਾ, ਕੀ ਇਹਦਾ ਰਿਜ਼ਲਟ ਆਉਂਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਮੈਨੂੰ ਰਜਿੰਦਰ ਸਿੰਘ ਤੱਗੜ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ।